ਹੁਣ ਬੇਟਾ ਆਪਾਂ 8ਵੀਂ ਕਲਾਸ ਦਾ ਅਧਿਆਇ 2 ਇੱਕ ਚਲ ਵਾਲੀ ਘਾਤ ਸਮੀਕਰਨ ਜਾਂ ਇੰਗਲਿਸ਼ ਵਿੱਚ ਲੀਨੀਅਰ ਇਕੁਏਸ਼ਨ ਇਨ ਵਨ ਵੇਰੀਏਬਲ ਕਰਨ ਜਾ ਰਹੇ ਹਾਂ। ਸਭ ਤੋਂ ਪਹਿਲਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਇੱਕ ਚਲ ਕੀ ਹੁੰਦਾ ਹੈ। ਠੀਕ ਹੈ, ਚਲ ਜਿੱਦਾਂ ਆਪਾਂ ਕੋਈ ਰਕਮ ਦੇਖਦੇ ਹਾਂ 2x, ਠੀਕ ਹੈ, ਇਹਦੇ ਵਿੱਚ ਜਿਹੜਾ x ਹੈ ਇੰਗਲਿਸ਼ ਦਾ ਅੱਖਰ ਹੈ ਜਿਹੜਾ, ਇਸ ਨੂੰ ਅਸੀਂ ਚਲ ਕਹਿੰਦੇ ਹਾਂ ਬੇਟਾ, ਜਿਹੜਾ ਕਦੇ ਬਦਲ ਸਕਦਾ ਹੈ। 2 ਉਸਦਾ ਕੀ ਹੈ, ਗੁਣਾਂਕ। ਇੰਗਲਿਸ਼ ਵਿੱਚ ਚਲ ਦੀ ਥਾਂ ਆਉਂਦਾ ਵੇਰੀਏਬਲ ਬੇਟਾ। x ਵੇਰੀਏਬਲ ਹੈ ਅਤੇ 2 ਕੋਫੀਸ਼ੀਐਂਟ, ਗੁਣਾਂਕ ਨੂੰ ਇੰਗਲਿਸ਼ ਵਿੱਚ ਬੋਲਦੇ ਆ ਕੋਫੀਸ਼ੀਐਂਟ। ਅਤੇ ਇਸ ਤਰ੍ਹਾਂ ਸਾਨੂੰ ਪਹਿਲਾਂ ਪਤਾ ਹੋਣਾ ਚਾਹੀਦਾ ਕਿ ਗੁਣਾਂਕ ਕਿਸ ਨੂੰ ਕਹਿੰਦੇ ਆ ਅਤੇ ਚਲ ਕਿਸ ਨੂੰ ਕਹਿੰਦੇ ਨੇ। ਅਤੇ ਇਹਦਾ ਮਤਲਬ ਇੱਕ ਚਲ ਵਾਲੀ ਘਾਤ ਸਮੀਕਰਨ ਦਾ ਕੀ ਮਤਲਬ ਹੋ ਗਿਆ ਕਿ ਇਸ ਤਰ੍ਹਾਂ ਦੀ ਕੋਈ ਸਮੀਕਰਨ ਜਿਸ ਵਿੱਚ ਖੱਬੇ ਪਾਸੇ ਅਤੇ ਸੱਜੇ ਪਾਸੇ ਕੋਈ ਨਾ ਕੋਈ ਰਕਮ ਹੋਣੀ ਜ਼ਰੂਰੀ ਹੈ ਬੇਟਾ। ਬਰਾਬਰ ਇਹਦਾ ਹੋਣਾ ਵੀ ਜ਼ਰੂਰੀ ਹੈ। ਸਮੀਕਰਨ ਦਾ ਮਤਲਬ ਹੁੰਦਾ ਹੈ ਕਿ ਇੱਕ ਸਮੀਕਰਨ ਦਾ ਮਤਲਬ ਹੀ ਇਹ ਹੈ ਕਿ ਸਾਡੇ ਕੋਲ ਖੱਬਾ ਪਾਸਾ ਅਤੇ ਸੱਜਾ ਪਾਸਾ ਦੋਨੇ ਹੋਣਾ ਚਾਹੀਦੇ ਨੇ। ਠੀਕ ਹੈ, ਇਸ ਬਰਾਬਰੇ ਤੋਂ ਪਿਛਲੀ ਨੂੰ ਇਸ ਨੂੰ ਆਪਾਂ ਬੋਲਦੇ ਹਾਂ ਖੱਬਾ ਪਾਸਾ ਅਤੇ ਇਸ ਨੂੰ ਬੋਲਦੇ ਹਾਂ ਆਪਾਂ ਸੱਜਾ ਪਾਸਾ। ਠੀਕ ਹੈ, ਕੋਈ ਤੁਹਾਨੂੰ ਪੁੱਛ ਹੀ ਲੈਂਦਾ ਕਿ ਖੱਬਾ ਪਾਸਾ ਕਿਹੜਾ ਅਤੇ ਸੱਜਾ ਪਾਸਾ ਕਿਹੜਾ, ਤੁਸੀਂ ਕਹਿਣਾ ਕਿ ਖੱਬਾ ਪਾਸਾ 2x - 3 ਹੈ ਅਤੇ ਸੱਜਾ ਪਾਸਾ 7 ਹੈ। ਅਤੇ ਕੋਈ ਵੀ ਸਮੀਕਰਨ ਉਦੋਂ ਹੀ ਬਣਦੀ ਹੈ ਜਦੋਂ ਉਸ ਸਮੀਕਰਨ ਦੇ ਕੋਲ ਖੱਬਾ ਪਾਸਾ ਅਤੇ ਸੱਜਾ ਪਾਸਾ ਦੋਨੇ ਹੁੰਦੇ ਨੇ ਅਤੇ ਵਿਚਕਾਰ ਬਰਾਬਰੀ ਹੁੰਦੀ ਹੈ। ਇਹ ਜ਼ਰੂਰੀ ਨਹੀਂ ਕਿ ਖੱਬੇ ਪਾਸੇ ਵਿੱਚ x ਹੋਣਾ ਚਾਹੀਦਾ ਹੈ, ਸੱਜੇ ਪਾਸੇ 'ਚ ਨਹੀਂ। ਇੱਦਾਂ ਦਾ ਕੋਈ ਕੰਡੀਸ਼ਨ ਨਹੀਂ ਹੈ ਬੇਟਾ। ਖੱਬੇ ਪਾਸੇ ਵੀ x ਹੋ ਸਕਦਾ ਹੈ, ਸੱਜੇ ਪਾਸੇ ਵੀ x ਹੋ ਸਕਦਾ ਹੈ, ਸੱਜੇ ਪਾਸੇ 0 ਵੀ ਹੋ ਸਕਦਾ। ਦੇਖ ਸਕਦੇ ਹੋ ਤੁਸੀਂ, ਖੱਬੇ ਪਾਸੇ x ਹੈ ਅਤੇ ਇਸ ਤਰੀਕੇ ਨਾਲ ਕੋਈ ਕੁਐਸਚਨ ਲਿਖ ਸਕਦੇ ਹਾਂ 5 ਬਰਾਬਰੇ x + 2, ਕੁਛ ਵੀ ਹੋ ਸਕਦੀ ਹੈ ਬੇਟਾ। x ਕਿਤੇ ਵੀ ਹੋ ਸਕਦਾ, ਪਰ ਇਹ ਜ਼ਰੂਰੀ ਹੈ ਕਿ ਬਰਾਬਰੇ ਦਾ ਚਿੰਨ੍ਹ ਹੋਣਾ ਪੱਕਾ ਹੈ। ਖੱਬੇ ਅਤੇ ਸੱਜੇ ਪਾਸੇ ਵਿੱਚ ਕੋਈ ਨਾ ਕੋਈ ਸੰਖਿਆਵਾਂ ਹੁੰਦੀਆਂ ਨੇ। ਅਤੇ ਇਹ ਹੋ ਗਿਆ ਲੀਨੀਅਰ ਇਕੁਏਸ਼ਨ ਇਨ ਵਨ ਵੇਰੀਏਬਲ। ਵਨ ਵੇਰੀਏਬਲ ਜਾਂ ਇੱਕ ਚਲ ਦਾ ਮਤਲਬ ਹੈ ਇਹਦੇ ਵਿੱਚ ਦੇਖੋ x ਹੈ, ਇਹਦੇ ਵਿੱਚ ਵੀ x ਹੀ ਹੈ, x ਹੈ, x ਹੈ, x ਹੈ। ਜੇਕਰ 3 ਦੇ ਨਾਲ y ਵੀ ਲਿਖ ਦਿੰਦੇ ਤਾਂ 1 ਅਤੇ 1 ਕਿੰਨੇ ਚਲ ਹੋ ਜਾਂਦੇ, 2। ਫਿਰ ਉਹ ਬਣਦੀ ਹੈ 2 ਚਲਾਂ ਵਾਲੀ ਘਾਤੀ ਸਮੀਕਰਨ। ਇਸ ਕਰਕੇ ਧਿਆਨ ਰੱਖਣਾ ਹੈ ਕਿ ਸਾਨੂੰ ਜਿਹੜਾ ਚੈਪਟਰ ਦੇ ਵਿੱਚ ਕਿਹਾ ਗਿਆ ਹੈ ਉਹ ਕਿਹਾ ਗਿਆ ਹੈ ਇੱਕ ਚਲ ਵਾਲੀ। ਇਸ ਕਰਕੇ ਸਵਾਲ ਦੇ ਵਿੱਚ ਇੱਕ x ਹੈ ਤਾਂ x ਜੇ ਕਿਸੇ ਨਾਲ ਲਿਖਣਾ ਤਾਂ x ਹੀ ਲਿਖਣਾ ਹੈ। ਮਤਲਬ ਜੇ ਇਸ ਤਰੀਕੇ ਨਾਲ ਵੀ ਲਿਖ ਸਕਦਾ 2x - 3 ਬਰਾਬਰੇ 5x, ਤਾਂ x ਹੀ ਲਿਖਿਆ ਜਾਏਗਾ ਬੇਟਾ। ਜੇਕਰ ਦੋਨੇ ਪਾਸੇ x ਲਿਖਣਾ ਤਾਂ ਵੀ ਲਿਖ ਸਕਦੇ ਹੋ, ਕੋਈ ਪ੍ਰੋਬਲਮ ਨਹੀਂ ਹੈ। ਇਹ ਵੀ ਤੁਹਾਡੇ ਕੋਲ ਇੱਕ ਸਮੀਕਰਨ ਹੀ ਹੈ। ਹੁਣ ਇਹ ਸਮੀਕਰਨ ਨੂੰ ਹੱਲ ਕਰਨ ਤੋਂ ਪਹਿਲਾਂ ਸਾਨੂੰ 6ਵੀਂ 7ਵੀਂ ਕਲਾਸ ਦੇ ਜੋੜਨ ਅਤੇ ਘਟਾਉਣ ਦੇ ਨਿਯਮਾਂ ਦੇ ਬਾਰੇ ਪਤਾ ਹੋਣਾ ਬਹੁਤ ਜ਼ਰੂਰੀ ਹੈ, ਨਹੀਂ ਤਾਂ ਆਪਾਂ ਪੱਕਾ ਗਲਤੀਆਂ ਕਰਦੇ ਨੇ। ਦੋ ਸੰਖਿਆਵਾਂ ਜਦੋਂ ਜੋੜ ਰਹੀਆਂ ਹੁੰਦੀਆਂ ਨੇ, ਜੇ ਦੋਨੇ ਹੀ ਪਲੱਸ ਦੀਆਂ ਨੇ, ਦੋ ਸੰਖਿਆਵਾਂ ਜੋੜ ਰਹੇ ਨੇ, ਜੇ ਦੋਵੇਂ ਸੰਖਿਆਵਾਂ ਪਲੱਸ ਦੀਆਂ ਨੇ ਤਾਂ ਸਾਡੀ ਜੋੜ ਹੁੰਦੀ ਹੈ। ਤਾਂ ਅਸੀਂ ਦੋਵੇਂ ਸੰਖਿਆਵਾਂ ਨੂੰ ਕੀ ਕਰਦੇ ਹਾਂ, ਜੋੜ। ਪਰ ਜਿਹੜਾ ਚਿੰਨ੍ਹ ਲੱਗਦਾ ਹੈ ਉਹ ਵੱਡੀ ਰਕਮ ਦਾ ਲੱਗਦਾ ਹੈ। ਇਹ ਧਿਆਨ ਰੱਖਣਾ ਹੈ। ਹਮੇਸ਼ਾ ਆਪਾਂ ਵੱਡਿਆਂ ਦਾ ਮਾਨ ਕਰਦੇ ਹਾਂ, ਘਰ ਵਿੱਚ ਚਾਹੇ ਕਿਤੇ ਵੀ। ਅਤੇ ਇਸ ਕਰਕੇ ਜਦੋਂ ਤੁਹਾਡਾ ਆਨਸਰ ਨਿਕਲ ਕੇ ਆਇਆ, ਉਸ ਆਨਸਰ ਦੇ ਨਾਲ ਅਸੀਂ ਵੱਡੇ ਰਕਮ ਦਾ ਚਿੰਨ੍ਹ ਲਾਉਣਾ ਹੈ ਬੇਟਾ। ਇਸ ਗੱਲ ਦਾ ਧਿਆਨ ਨਹੀਂ ਭੁੱਲਣਾ। ਜੇਕਰ ਦੋਨੇ ਹੀ ਮਾਈਨਸ ਦੇ ਹੋਣ, ਪਹਿਲੀ ਸੰਖਿਆ ਵੀ ਮਾਈਨਸ ਦੀ ਹੋਵੇ, ਦੂਜੀ ਸੰਖਿਆ ਵੀ ਮਾਈਨਸ ਦੀ ਹੋਵੇ, ਤਾਂ ਵੀ ਤੁਸੀਂ ਫਿਰ ਜੋੜ ਹੀ ਕਰਨਾ ਹੈ ਬੇਟਾ ਦੋਨੇ ਸੰਖਿਆਵਾਂ ਦਾ। ਅਤੇ ਨਾਲ ਫਿਰ ਉਹੀ ਚਿੰਨ੍ਹ ਹਮੇਸ਼ਾ ਵੱਡੀ ਰਕਮ ਦਾ ਹੀ ਲੱਗਣਾ ਹੈ। ਹੁਣ ਕਈ ਬੱਚੇ ਕਹਿੰਦੇ ਸਰ ਵੱਡੀ ਜੇ ਦੋਨੇ ਸੇਮ ਆ ਜਾਣ ਫਿਰ ਕੋਈ ਗੱਲ ਨਹੀਂ। ਜੇ ਦੋਨੇ ਸੇਮ ਆ ਗਏ ਤਾਂ ਫਿਰ ਗੱਲ ਹੀ ਖਤਮ, ਦੋਨੇ ਵੱਡੀਆਂ ਨੇ, ਫਿਰ ਕਿਸੇ ਦਾ ਵੀ ਇੱਕ ਦਾ ਸਾਈਨ ਲਾ ਦਿਓ। ਲੇਕਿਨ ਜੇ ਇੱਕ ਜੋੜ ਦਾ ਅਤੇ ਘਟਾਓ ਦਾ ਆ ਗਿਆ ਬੇਟਾ, ਅਤੇ ਇੱਕ ਜੋੜ ਅਤੇ ਇੱਕ ਘਟਾਓ ਤਾਂ ਹਮੇਸ਼ਾ ਤੁਹਾਡੀ ਘਟਾਓ ਹੋਣੀ ਹੈ। ਜਿਹੜਾ ਵੀ ਰਕਮ ਵੱਡੀ ਹੈ ਉਹਦੇ ਵਿੱਚ ਛੋਟੀ ਘਟਾ ਦਿਓ, ਅਤੇ ਚਿੰਨ੍ਹ ਹਮੇਸ਼ਾ ਇੱਕੋ ਹੀ ਗੱਲ ਹੈ, ਵੱਡੀ ਰਕਮ ਦਾ। ਇਹ ਨਹੀਂ ਭੁੱਲਣਾ ਬੇਟਾ। ਇੱਦਾਂ ਹੀ ਜੇ ਪਹਿਲੀ ਮਾਈਨਸ ਦੀ ਦੂਜੀ ਪਲੱਸ ਦੀ ਹੈ ਤਾਂ ਵੀ ਰਕਮਾਂ ਦਾ ਚਿੰਨ੍ਹ ਤਾਂ ਵੱਖਰਾ ਵੱਖਰਾ ਹੈ ਨਾ, ਤਾਂ ਵੀ ਤੁਹਾਡੀ ਘਟਾਓ ਹੀ ਹੋਏਗੀ। ਚਿੰਨ੍ਹ ਫੇਰ ਕਿਹੜਾ ਲੱਗੇਗਾ, ਵੱਡੀ ਰਕਮ ਦਾ। ਇਸ ਚੀਜ਼ ਦਾ ਧਿਆਨ ਬਹੁਤ ਜ਼ਰੂਰੀ ਹੈ ਬੇਟਾ। ਇਸ ਚੀਜ਼ ਨੂੰ ਮੈਂ ਤੁਹਾਨੂੰ ਕੁਝ ਐਗਜ਼ਾਮਪਲਸ, ਕੁਝ ਉਦਾਹਰਨਾਂ ਦੇ ਕੇ ਸਮਝਾ ਰਿਹਾ ਹਾਂ, ਧਿਆਨ ਨਾਲ ਦੇਖਣਾ ਹੈ। ਇਹ ਸਮਝਾਉਣ ਵਾਲੀ ਚੀਜ਼ਾਂ ਨੇ ਬੇਟਾ। ਇਹਦੇ ਲਈ ਇੰਗਲਿਸ਼ ਅਤੇ ਪੰਜਾਬੀ ਦਾ ਹੋਣਾ ਕੋਈ ਜ਼ਰੂਰੀ ਨਹੀਂ ਹੈ। ਇੰਗਲਿਸ਼ ਵਾਲੇ ਬੱਚਿਆਂ ਨੂੰ ਵੀ ਤਾਂ ਪੰਜਾਬੀ ਆਉਂਦੀ ਹੈ, ਉਹਨਾਂ ਨੂੰ ਸਮਝ ਆ ਰਿਹਾ ਹੈ ਕਿ ਅਸੀਂ ਜੇ ਦੋਨੇ ਸੰਖਿਆਵਾਂ, ਜਿਵੇਂ ਦੇਖੋ ਇੱਥੇ ਮੈਂ ਤੁਹਾਨੂੰ ਕਿਹਾ 5 - 3। ਹੁਣ ਧਿਆਨ ਨਾਲ ਦੇਖੋ, 5 ਦੇ ਨਾਲ ਕੋਈ, ਪਹਿਲੀ ਗੱਲ ਕਈ ਬੱਚੇ ਕਹਿੰਦੇ ਆ ਕਿ ਇਹਦਾ ਚਿੰਨ੍ਹ ਆਹ ਵਾਲਾ ਹੈ ਨਾ। ਇੱਕ ਰਕਮ ਦਾ ਚਿੰਨ੍ਹ ਉਸ ਤੋਂ ਪਿਛਲਾ ਹੁੰਦਾ ਹੈ ਬੇਟਾ। ਇਹ ਪਲੱਸ ਇਸ ਰਕਮ ਦਾ ਚਿੰਨ੍ਹ ਹੈ, ਇਸ ਰਕਮ ਦਾ ਚਿੰਨ੍ਹ ਤਾਂ ਦਿੱਤਾ ਹੀ ਨਹੀਂ ਹੋਇਆ। ਜੇ ਕਿਸੇ ਰਕਮ ਦਾ ਕੋਈ ਚਿੰਨ੍ਹ ਨਾ ਦਿੱਤਾ ਹੋਵੇ ਤਾਂ ਉੱਥੇ ਆਪਣੇ ਆਪ ਕੀ ਲਾਈਦਾ ਹੁੰਦਾ, ਆਪਾਂ ਪਲੱਸ ਲਾਈਦਾ ਹੁੰਦਾ ਹੈ। ਅਤੇ 5 ਕਿਹਦਾ ਹੈ, ਪਲੱਸ ਦਾ। 3 ਕਿਹਦਾ ਹੈ, ਪਲੱਸ ਦਾ। ਤਾਂ ਮੈਂ ਤੁਹਾਨੂੰ ਦੱਸਿਆ ਨਾ, ਜਦੋਂ ਦੋਵੇਂ ਸੰਖਿਆਵਾਂ ਪਲੱਸ ਦੀਆਂ ਹੋਣ ਤਾਂ ਕੀ ਕਰਨਾ, ਆਪਾਂ ਜੋੜ ਕਰਨਾ, ਪਲੱਸ ਪਲੱਸ ਪਲੱਸ, ਮਾਈਨਸ ਮਾਈਨਸ ਵੀ ਪਲੱਸ।
ਪਰ ਜੇਕਰ ਦੋਨੇ ਸਾਈਨ ਵੱਖਰੇ ਨੇ ਤਾਂ ਹਮੇਸ਼ਾ ਮਾਈਨਸ। ਤੇ ਇਸ ਕਰਕੇ 5 ਤੇ 3 ਨੂੰ ਜੋੜ ਕੇ ਕੀ ਲਿਖ ਲਿਆ ਆਪਾਂ, 5 ਤੇ 3 ਕਿੰਨੇ ਹੁੰਦੇ ਨੇ 8। ਤੇ ਵੱਡੀ ਰਕਮ ਦਾ ਚਿੰਨ੍ਹ ਜਿਹੜਾ ਹੈ ਪਲੱਸ ਦਾ, ਇਸ ਕਰਕੇ ਇੱਥੇ ਪਲੱਸ ਲਾਣਾ ਹੈ। ਤੇ ਪਲੱਸ ਦਾ ਚਿੰਨ੍ਹ ਨਾ ਵੀ ਲੱਗੇ ਤਾਂ ਵੀ ਚੱਲਦਾ ਹੈ। ਲੇਕਿਨ ਜੇਕਰ ਤੁਹਾਡੇ ਕੋਲ ਆ ਗਿਆ ਮਾਈਨਸ ਦੇ 3 ਮਾਈਨਸ ਦੇ 2, ਹੁਣ 3 ਵੀ ਮਾਈਨਸ ਦਾ 2 ਵੀ ਮਾਈਨਸ ਦਾ, ਤਾਂ ਮਾਈਨਸ ਮਾਈਨਸ ਵੀ ਕੀ ਹੁੰਦਾ ਹੈ ਬੇਟਾ, ਪਲੱਸ ਹੁੰਦਾ ਹੈ, ਕਿਉਂਕਿ 2 ਮਾਈਨਸ ਮਿਲ ਕੇ ਪਲੱਸ ਬਣਾਉਂਦੇ ਆ ਬੇਟਾ। ਇਸ ਕਰਕੇ ਦੋਨਾਂ ਨੂੰ ਪਲੱਸ ਕੀਤਾ, ਆਂਸਰ ਕਿੰਨਾ ਆ ਗਿਆ 5। ਪਰ ਰਕਮ ਦਾ ਚਿੰਨ੍ਹ ਵੱਡੀ ਨਾਲ ਲੱਗਣਾ ਹੈ, ਵੱਡੀ ਦਾ ਚਿੰਨ੍ਹ ਮਾਈਨਸ ਦਾ ਹੈ, ਇਸ ਕਰਕੇ ਮਾਈਨਸ ਦਾ ਸਾਈਨ ਲਾਉਂਗੇ। ਜੇਕਰ ਆ ਗਿਆ ਸਪੋਜ਼ ਤੁਹਾਡੇ ਕੋਲ ਮਾਈਨਸ ਦੇ 2 ਮਾਈਨਸ ਦੇ 2, ਫਿਰ ਮਾਈਨਸ ਮਾਈਨਸ ਪਲੱਸ ਹੋ ਗਿਆ, 4 ਆ ਗਿਆ। ਹੁਣ ਵੱਡੀ ਤਾਂ ਕੋਈ ਵੀ ਨਹੀਂ, ਦੋਨੇ ਸੇਮ ਹੈ, ਤਾਂ ਫਿਰ ਸਾਈਨ ਮਾਈਨਸ ਦਾ ਹੀ ਲੱਗਣਾ ਹੈ, ਕਿਉਂਕਿ ਦੋਨੋਂ ਸੇਮ ਰਕਮਾਂ ਨੇ, ਤਾਂ ਕਿਸੇ ਦਾ ਵੀ ਸਾਈਨ ਚੱਕ ਸਕਦੇ ਹੋ ਤੁਸੀਂ। ਇਸ ਚੀਜ਼ ਦਾ ਧਿਆਨ ਰੱਖਣਾ ਹੈ। ਹੁਣ ਦੇਖੋ ਧਿਆਨ ਨਾਲ, ਲੇਕਿਨ ਜੇਕਰ ਇੱਕ 2 ਪਲੱਸ ਦਾ ਆ ਗਿਆ, ਇੱਕ 2 ਮਾਈਨਸ ਦਾ ਆ ਗਿਆ, ਰਕਮਾਂ ਫਿਰ ਸੇਮ ਨੇ, ਪਰ ਇੱਕ ਪਲੱਸ ਦੀ ਹੈ ਅਤੇ ਇੱਕ ਮਾਈਨਸ ਦੀ ਹੈ। ਪਲੱਸ ਮਾਈਨਸ ਮਾਈਨਸ ਹੁੰਦੀ ਹੈ, ਘਟਾਓ ਕਰਨੀ ਹੈ, 2 ਦੇ ਵਿੱਚੋਂ 2 ਘਟਾਇਆ 0। ਇੱਥੇ 0 ਦੇ ਨਾਲ ਕੋਈ ਚਿੰਨ੍ਹ ਦੇਖਣ ਦੀ ਲੋੜ ਨਹੀਂ ਬੇਟਾ, 0 ਦਾ ਕੋਈ ਸਾਈਨ ਨਹੀਂ ਹੁੰਦਾ, ਨਾ ਹੀ ਪਲੱਸ ਨਾ ਹੀ ਮਾਈਨਸ, 0 0 ਹੀ ਹੁੰਦਾ ਹੈ। ਇਸ ਕਰਕੇ ਜੇ ਕਦੇ ਆਂਸਰ 0 ਆ ਰਿਹਾ ਤਾਂ ਫਿਰ ਆਪਾਂ ਨੂੰ ਵੱਡੀ ਰਕਮ ਛੋਟੀ ਰਕਮ ਦੇਖਣ ਦੀ ਲੋੜ ਨਹੀਂ ਹੁੰਦੀ। ਲੇਕਿਨ ਜੇ 5 ਤੁਹਾਡੇ ਕੋਲ -3 ਆ ਗਿਆ, ਸਪੋਜ਼ ਕਰੋ 5 ਦੇ ਨਾਲ ਕੋਈ ਸਾਈਨ ਨਹੀਂ ਹੈ ਤਾਂ ਪਲੱਸ ਲੱਗ ਗਿਆ, 5 ਪਲੱਸ ਦਾ 3 ਮਾਈਨਸ ਦਾ, ਪਲੱਸ ਮਾਈਨਸ ਮਾਈਨਸ ਘਟਾਓ ਕਿੰਨੇ ਆ ਗਏ 2, ਵੱਡੀ ਦਾ ਸਾਈਨ ਲੱਗ ਗਿਆ ਪਲੱਸ। ਜੇਕਰ ਤੁਹਾਡੇ ਕੋਲ ਆ ਗਿਆ 2 ਮਾਈਨਸ 10, ਹੁਣ 2 ਕੁਛ ਨਹੀਂ ਹੈ ਤਾਂ ਪਲੱਸ ਹੋਏਗਾ। ਹੁਣ 2 ਪਲੱਸ ਦਾ ਅਤੇ 10 ਮਾਈਨਸ ਦਾ, ਪਲੱਸ ਮਾਈਨਸ ਮਾਈਨਸ, ਫਟਾਫਟ ਮਾਈਨਸ ਕਰਕੇ ਦੱਸੋ ਕਿੰਨਾ ਆਏਗਾ 8। ਅਤੇ ਵੱਡੀ ਰਕਮ ਦਾ ਚਿੰਨ੍ਹ ਹੈ ਮਾਈਨਸ। ਇਸ ਤਰ੍ਹਾਂ ਬੇਟਾ ਇਹ ਗਲਤੀਆਂ ਨਹੀਂ ਹੋਣ ਦੇਣੀ, ਜਿਹੜੀ ਤੁਸੀਂ ਇਹ ਪਲੱਸ ਮਾਈਨਸ ਦੀ ਗਲਤੀਆਂ ਕਰਦੇ ਹੋ ਨਾ, ਇਸ ਗਲਤੀ ਕਰਕੇ ਤੁਹਾਡੇ ਮੈਥ ਵਿੱਚ ਨੰਬਰ ਨਹੀਂ ਆਉਂਦੇ। ਇਸ ਗਲਤੀ ਤੋਂ ਬਚ ਲਓ, ਤੁਹਾਡੇ ਮੈਥ ਦੇ ਵਿੱਚ ਨੰਬਰ ਕੱਟਣੇ ਹੀ ਨਹੀਂ ਬੇਟਾ। ਤੁਹਾਡੀ ਗਲਤੀਆਂ ਛੋਟੀ ਛੋਟੀ ਜਿਹੀ ਹੁੰਦੀਆਂ ਨੇ, ਇਸ ਤੋਂ ਬਚਣਾ ਜ਼ਰੂਰੀ ਹੈ। ਦੂਜੀ ਗੱਲ, ਜੇ 2 ਰਕਮਾਂ ਜਿੱਦਾਂ ਸਪੋਜ਼ ਕਰੋ 7x - 3 = 4 ਹੈ। ਹੁਣ ਸਭ ਤੋਂ ਪਹਿਲਾਂ ਤੁਸੀਂ 3 ਨੂੰ ਉੱਧਰ ਭੇਜਣਾ ਹੈ। ਇਹ ਧਿਆਨ ਰੱਖਣਾ, ਜਦੋਂ ਵੀ ਆਪਾਂ ਇੱਕ ਰੇਖੀ ਸਮੀਕਰਨ ਨੂੰ ਹੱਲ ਕਰਨਾ ਹੁੰਦਾ ਹੈ, ਪਹਿਲਾਂ ਇੱਕ ਆਹ ਸਮੀਕਰਨ ਦੇਖੋ, x = 1 = 4। ਅਤੇ 1 x ਨਾਲ ਕੀ ਕਰ ਰਿਹਾ, ਪਲੱਸ ਹੋ ਰਿਹਾ ਨਾ। ਤਾਂ ਜਦੋਂ 1 ਨੂੰ ਆਪਾਂ ਉਸ ਘਰ ਭੇਜਾਂਗੇ, ਦੂਜੇ ਘਰ, ਇਹ ਘਰ x ਦਾ ਹੋ ਗਿਆ, x ਨੇ 1 ਨੂੰ ਕਿਹਾ ਆਪਣੇ ਘਰ ਜਾ, ਤਾਂ ਬਰਾਬਰੇ ਪਾ ਕੇ ਜਦੋਂ 1 ਉਸ ਘਰ ਗਿਆ, ਅਤੇ ਉਸ ਘਰ ਕਿਹੜਾ ਮੈਂਬਰ ਹੈ ਜਿਹੜਾ ਇਸ 1 ਨੂੰ ਰਿਸੀਵ ਕਰੂਗਾ। ਘਰ ਵੀ ਤਾਂ ਮੈਂਬਰ ਹੋਣਾ ਚਾਹੀਦਾ ਨਾ, ਜਿਹੜਾ ਇੱਕ ਇਸ ਘਰ 'ਚ ਜਾ ਰਿਹਾ ਹੈ, ਅਤੇ ਉਸ ਘਰ ਦੇ ਵਿੱਚ ਦਰਵਾਜ਼ਾ ਕੌਣ ਖੋਲ੍ਹੂਗਾ, ਅਤੇ 4 ਖੋਲ੍ਹੂਗਾ ਨਾ। ਤਾਂ ਸਭ ਤੋਂ ਪਹਿਲਾਂ 4, ਫਿਰ ਜਦੋਂ ਇਹ ਵਾਲਾ 1 ਇਸ ਘਰ ਵਿੱਚ ਐਂਟਰ ਹੋਏਗਾ ਤਾਂ ਆਪਣਾ ਸਾਈਨ ਬਦਲ ਦੇਗਾ, ਪਲੱਸ ਹੈ ਤਾਂ ਕੀ ਬਣ ਜਾਏਗਾ ਮਾਈਨਸ, ਅਤੇ ਜੇ ਮਾਈਨਸ ਹੁੰਦਾ ਤਾਂ ਕੀ ਬਣ ਜਾਏਗਾ ਪਲੱਸ। ਹੁਣ 4 ਦੇ ਵਿੱਚੋਂ 1 ਘਟਾਇਆ, ਕਿੰਨਾ ਆਂਸਰ ਆ ਗਿਆ 3। ਇਸ ਤਰ੍ਹਾਂ ਆਪਾਂ ਰੇਖੀ ਸਮੀਕਰਨਾਂ ਨੂੰ ਹੱਲ ਕਰਨਾ ਹੁੰਦਾ ਹੈ ਬੇਟਾ। ਇੱਕ ਹੋਰ ਐਗਜ਼ਾਮਪਲ ਲੈ ਲਓ ਦੂਜੀ, ਜਿੱਦਾਂ x - 3 = 4 ਹੋਵੇ, ਅਤੇ ਹੁਣ ਇਹ ਘਰ x ਦਾ ਹੋ ਗਿਆ, ਅਤੇ ਇਹ x ਦੀ ਰਕਮ ਨਹੀਂ ਹੈ, ਅਤੇ x ਨੇ ਕੀ ਕਿਹਾ ਇਸ ਨੂੰ ਕਿ ਤੂੰ ਆਪਣੇ ਘਰੇ ਚੱਲ ਜਾ। ਹੁਣ 3 ਆਪਣੇ ਘਰ ਤਾਂ ਜਾਊਗਾ, ਠੀਕ ਹੈ, ਅਤੇ x ਆਪਣੇ ਘਰ ਇਕੱਲਾ ਹੋ ਗਿਆ, 3 ਨੂੰ ਉਹਨੇ ਘਰੋਂ ਕੱਢਤਾ। ਹੁਣ 3 ਜਦੋਂ ਘਰ 'ਚ ਗਿਆ ਤਾਂ ਉੱਥੇ ਰਿਸੀਵ ਕਰਨ ਲਈ ਕੌਣ ਬੈਠਾ ਸੀ, 4। 4 ਨੇ ਦਰਵਾਜ਼ਾ ਖੋਲ੍ਹਿਆ ਅਤੇ 3 ਮਾਈਨਸ ਦਾ ਸੀਗਾ, ਅਤੇ ਉੱਥੇ ਜਾ ਕੇ ਕੀ ਬਣ ਜਾਏਗਾ ਬੇਟਾ ਪਲੱਸ ਦਾ। ਅਤੇ +3 ਦੋਵੇਂ ਰਕਮਾਂ ਪਲੱਸ ਦੀਆਂ ਨੇ, ਅਤੇ x ਬਰਾਬਰ ਕਿੰਨਾ ਆ ਗਿਆ 7। ਵੱਡੀ ਰਕਮ ਦਾ ਚਿੰਨ੍ਹ ਪਲੱਸ ਹੈ, ਇਸ ਕਰਕੇ ਆਉਣ ਦੀ ਲੋੜ ਨਹੀਂ ਹੈ। ਅਤੇ ਇਸ ਤਰ੍ਹਾਂ ਆਪਾਂ ਰੇਖੀ ਸਮੀਕਰਨਾਂ ਨੂੰ ਹੱਲ ਕਰਦੇ ਹਾਂ। ਲੇਕਿਨ ਜੇਕਰ ਸਵਾਲ ਦੇ ਵਿੱਚ ਤੁਹਾਡੇ ਕੋਲ ਆ ਗਿਆ 7x = 14, ਹੁਣ ਦੇਖੋ ਧਿਆਨ ਨਾਲ ਬੇਟਾ, ਹੁਣ x ਦਾ ਘਰ ਤਾਂ ਇਹ ਵਾਲਾ ਹੈ ਨਾ। ਹੁਣ 7 ਜਿਹੜੀ ਰਕਮ ਹੈ ਉਸ ਘਰ ਭੇਜਣੀ ਜ਼ਰੂਰੀ ਹੈ। x ਨੇ ਕਿਹਾ 7 ਨੂੰ ਆਪਣੇ ਘਰ ਜਾ, 7 ਜਾਊਗਾ ਤਾਂ ਜ਼ਰੂਰ, ਠੀਕ ਹੈ ਗੱਲ ਤੁਹਾਡੀ। 14 ਨੇ ਉਹਨੂੰ ਰਿਸੀਵ ਕਰਨਾ, 14 ਵੀ ਲਿਖ ਲਿਆ, ਪਰ 7 ਕਿੱਥੇ ਜਾਊਗਾ। ਜੇ ਕੋਈ ਰਕਮ ਜੁੜਦੀ ਹੈ ਤਾਂ ਉਸ ਘਰ ਜਾ ਕੇ ਘਟਦੀ ਹੈ, ਜੇ ਘਟਦੀ ਹੈ ਤਾਂ ਉਸ ਘਰ ਜਾ ਕੇ ਜੁੜਦੀ ਹੈ, ਅਤੇ ਜੇ ਗੁਣਾ ਹੁੰਦੀ ਹੈ, ਗੁਣਾ ਹੋ ਰਹੀ ਹੈ ਨਾ, ਇਹ ਕੋਈ ਜੋੜ ਨਹੀਂ ਕੋਈ ਘਟਾਓ ਨਹੀਂ, ਅਤੇ ਉਸ ਘਰ ਜਾ ਕੇ ਭਾਗ ਹੁੰਦੀ ਹੈ। ਇਹ ਧਿਆਨ ਰੱਖਣੀ ਹੈ ਬੇਟਾ, 7x ਨਾਲ ਗੁਣਾ ਹੋ ਰਿਹਾ ਹੈ ਅਤੇ 7 ਉਸ ਘਰ ਜਾ ਕੇ ਭਾਗ ਹੋਵੇਗਾ। ਅਤੇ ਜੇਕਰ ਇਸ ਤਰ੍ਹਾਂ ਹੁੰਦਾ x / 7 = 2, ਅਤੇ ਹੁਣ x ਨੇ ਕਿਹਾ 7 ਨੂੰ ਆਪਣੇ ਘਰ ਜਾ, x ਨੇ 7 ਨੂੰ ਕਿਹਾ, 7 ਚਲਾ ਗਿਆ, 2 ਨੇ ਰਿਸੀਵ ਕਰਨਾ ਹੈ, ਪਰ 7 ਉੱਥੇ ਜਾ ਕੇ ਕਰੂਗਾ ਕੀ, ਗੁਣਾ ਕਰੂਗਾ, ਭਾਗ ਕਰੂਗਾ, ਘਟਾਊਗਾ, ਕੀ ਕਰੂਗਾ। 7 ਇੱਥੇ ਕੀ ਕਰ ਰਿਹਾ ਸੀਗਾ, 7 ਇੱਥੇ ਭਾਗ ਕਰ ਰਿਹਾ ਸੀਗਾ, ਅਤੇ ਉੱਥੇ ਜਾ ਕੇ ਕੀ ਕਰੂਗਾ, ਗੁਣਾ ਕਰੂਗਾ ਬੇਟਾ। ਇਸ ਚੀਜ਼ ਦਾ ਹੁਣ ਬਹੁਤ ਜ਼ਰੂਰੀ ਧਿਆਨ ਰੱਖਣ ਦੀ ਲੋੜ ਹੈ ਕਿ ਜੇਕਰ ਕੋਈ ਰਕਮ ਇੱਥੇ ਜੁੜਦੀ ਹੈ ਤਾਂ ਉਸ ਪਾਸੇ ਜਾ ਕੇ ਘਟਦੀ ਹੈ, ਇੱਥੇ ਘਟਦੀ ਹੈ ਤਾਂ ਉਸ ਘਰ ਜਾ ਕੇ ਜੁੜਦੀ ਹੈ, ਅਤੇ ਜੇ ਗੁਣਾ ਹੁੰਦੀ ਹੈ ਤਾਂ ਉਸ ਘਰ ਜਾ ਕੇ ਭਾਗ ਹੁੰਦੀ ਹੈ,
ਭਾਗ ਹੁੰਦੀ ਪਈ ਹੈ ਤੇ ਉਸ ਘਰ ਜਾ ਕੇ ਗੁਣਾ ਹੁੰਦੀ ਹੈ। ਹੁਣ ਦੇਖਦੇ ਹਾਂ ਤੁਸੀਂ ਇਹ ਸਵਾਲ ਕਿੱਦਾਂ ਕੱਢੋਗੇ। ਸਭ ਤੋਂ ਪਹਿਲਾਂ ਇਹ ਰਕਮ x ਦੀ ਹੈ, ਇਹ ਰਕਮ ਬਿਨਾਂ x ਦੀ ਹੈ। ਇਸ x ਵਾਲੀ ਰਕਮ ਨੇ 3 ਨੂੰ ਭੇਜਣਾ ਹੈ, 7 ਨੂੰ ਨਹੀਂ ਭੇਜ ਸਕਦਾ ਬੇਟਾ। 7 ਦੀ ਵਾਰੀ 3 ਤੋਂ ਬਾਅਦ ਆਉਣੀ ਆ ਤੇ 7x ਇਸ ਘਰ 'ਚ ਇਕੱਲਾ ਰਹਿ ਗਿਆ। ਬਰਾਬਰੀ ਦਾ ਮਤਲਬ ਹੁੰਦਾ ਹੈ ਇਹ ਘਰ ਦੀ ਬਾਅਦ ਅਗਲੇ ਘਰ ਦੀ ਵਾਰੀ ਆ ਰਹੀ ਹੈ, ਬਰਾਬਰੇ ਪਾਉਣਾ ਜ਼ਰੂਰੀ ਹੈ ਬੇਟਾ। ਰਿਸੀਵਰ ਕੌਣ ਹੈ? 4 ਹੈ, ਉਸਨੇ ਦਰਵਾਜ਼ਾ ਖੋਲ੍ਹਣਾ ਹੈ। 3 ਨੇ ਜਦੋਂ ਇੱਧਰ ਐਂਟਰ ਕਰਨਾ ਹੈ ਤਾਂ ਘਟਾਓ ਹੈ ਤਾਂ ਉੱਧਰ ਜੁੜੇਗਾ, ਇਸ ਕਰਕੇ ਜੋੜ ਦਾ 3 ਹੋ ਗਿਆ। 7x ਬਰਾਬਰ ਆ ਗਿਆ 4 ਤੇ 3 7। ਹੁਣ ਇਸ x ਨੇ ਇਸ 7 ਨੂੰ ਕਿਹਾ ਕਿ ਤੂੰ ਵੀ ਆਪਣੇ ਘਰ ਜਾ ਤੇ x ਇਕੱਲਾ ਹੋ ਗਿਆ ਬਰਾਬਰੇ। ਜੇ ਵਾਲਾ 7 ਇੱਥੇ ਗੁਣਾ ਕਰ ਰਿਹਾ ਸੀਗਾ, ਇਸ ਕਰਕੇ ਉੱਥੇ ਜਾ ਕੇ ਭਾਗ ਕਰੇਗਾ। ਦਰਵਾਜ਼ਾ 7 ਨੇ ਖੋਲ੍ਹਿਆ ਤੇ ਥੱਲੇ ਵੀ 7 ਹੀ ਆਇਆ ਤੇ ਕਟਿੰਗ ਹੋ ਗਈ 7 ਏਕਮ 7। ਇਹਦਾ ਮਤਲਬ x ਦਾ ਮੁੱਲ ਸਾਡਾ ਕਿੰਨਾ ਆ ਗਿਆ? 1 ਆ ਗਿਆ। ਇਸ ਤਰ੍ਹਾਂ ਅਸੀਂ ਇੱਕ ਰੇਖੀ ਸਮੀਕਰਨ ਦਾ ਬੇਟਾ ਹੱਲ ਕੱਢੀਦਾ ਹੁੰਦਾ ਹੈ। ਇਸ ਗੱਲ ਦਾ ਧਿਆਨ ਰੱਖਣਾ ਹੈ। ਜੇਕਰ ਤੁਹਾਨੂੰ ਮੈਂ ਕੋਈ ਹੋਰ ਐਗਜ਼ਾਮਪਲ ਦੇਵਾਂ ਤੇ ਮੇਰੇ ਵੱਲੋਂ ਐਗਜ਼ਾਮਪਲ ਆਉਂਦੀ ਹੈ x ਬਟਾ 5 ਬਰਾਬਰੇ 10। ਹੁਣ ਇਸ x ਨੇ ਇਸ 5 ਨੂੰ ਉਸ ਘਰ ਭੇਜਣਾ ਹੈ ਤੇ x ਨੇ 5 ਨੂੰ ਬਾਹਰ ਕੱਢ ਦਿੱਤਾ ਹੈ। 10 ਨੇ ਦਰਵਾਜ਼ਾ ਵੀ ਖੋਲ੍ਹ ਲਿਆ ਹੈ, ਲੇਕਿਨ ਹੁਣ ਇਹ ਵਾਲਾ 5 10 ਨਾਲ ਕਿਹੜਾ ਜੋੜ ਕਰੂਗਾ, ਘਟਾਓ ਕਰੂਗਾ, ਗੁਣਾ ਕਰੂਗਾ ਜਾਂ ਭਾਗ ਕਰੂਗਾ, ਇਹ ਹੀ ਅਸੀਂ ਦੇਖਣਾ ਹੁੰਦਾ ਹੈ। ਇਹ 5 ਖੱਬੇ ਹੱਥ ਕੀ ਕਰ ਰਿਹਾ ਸੀਗਾ? ਭਾਗ। ਤੇ ਸੱਜੇ ਹੱਥ ਕੀ ਕਰੇਗਾ ਬੇਟਾ? ਗੁਣਾ ਕਰੇਗਾ। ਇਸ ਦਾ ਮਤਲਬ ਸਾਡਾ 50 ਆਨਸਰ ਆ ਗਿਆ। ਇਹ ਸਭ ਤੋਂ ਮੇਨ ਚੀਜ਼ ਹੈ ਜਿਹੜੀ ਤੁਹਾਨੂੰ ਮੈਂ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਹਾਂ ਕਿ ਕੋਈ ਵੀ ਰਕਮ ਖੱਬੇ ਪਾਸੇ ਜੇ ਜੁੜਦੀ ਹੈ ਤਾਂ ਸੱਜੇ ਪਾਸੇ ਘਟੇਗੀ, ਖੱਬੇ ਪਾਸੇ ਘਟਦੀ ਹੈ ਤਾਂ ਉੱਧਰ ਜਾ ਕੇ ਜੁੜੇਗੀ। ਖੱਬੇ ਪਾਸੇ ਗੁਣਾ ਹੁੰਦੀ ਹੈ ਤਾਂ ਸੱਜੇ ਪਾਸੇ ਭਾਗ ਹੋਏਗੀ, ਖੱਬੇ ਪਾਸੇ ਭਾਗ ਹੁੰਦੀ ਹੈ ਤਾਂ ਸੱਜੇ ਪਾਸੇ ਗੁਣਾ ਹੋਏਗੀ। ਇਸ ਚੀਜ਼ ਨੂੰ ਧਿਆਨ ਨਾਲ ਸਮਝੋ। ਫਿਰ ਆਪਾਂ ਅਭਿਆਸ 2.1 ਸ਼ੁਰੂ ਕਰਦੇ ਹਾਂ। ਮੈਨੂੰ ਉਮੀਦ ਹੈ ਤੁਹਾਨੂੰ ਵਧੀਆ ਤਰੀਕੇ ਨਾਲ ਸਮਝ ਆਏਗੀ ਬੇਟਾ।